Okay, students, let's continue our chapter, that is Nelson Mandela, lesson 2 of the book First Flight. ठीक है, the policy of apartheid created a deep and lasting wound in my country and my people. Then Nelson Mandela said कि ਜਿਹੜੀ डिस्क्रिमिनेशन ਦੀ ਪੋਲਿਸੀ ਸੀ ਉਸਨੇ ਉਸਦੇ ਕੰਟਰੀ ਤੇ ਉਸਦੇ ਲੋਕਾਂ ਨੂੰ ਬਹੁਤ ਡੂੰਘਾ ਜ਼ਖਮ ਦਿੱਤਾ. All of us will spend many years, if not generation, recovering from that profound hurt. Then he said that कि अगर जनरेशन नहीं तो कुछ ਕਾਫੀ ਈਅਰਸ ਕਹਿੰਦਾ ਅਸੀਂ ਸਪੈਂਡ ਕਰਾਂਗੇ ਜਿਹੜਾ ਪ੍ਰੋਫਾਊਂਡ ਮੀਨਸ ਡੀਪ ਐਂਡ ਸਟਰੋਂਗ ਹਰਟ ਮਿਲੀ ਆ ਉਹਨਾਂ ਦੇ ਲੋਕਾਂ ਨੂੰ ਉਹ ਤੋਂ ਰਿਕਵਰ ਕਰਨ ਵਾਸਤੇ. ਬਟ ਦ ਡਿਕੇਡਸ ਆਫ ਆਪਰੇਸ਼ਨ ਐਂਡ ਬਰੂਟੈਲਿਟੀ ਹੈਡ ਅਨਦਰ ਅਨਇਨਟੈਂਡਡ ਇਫੈਕਟ. ਮੀਨਸ ਕਹਿੰਦਾ ਜਿਹੜਾ ਨਾ ਭੁੱਲਣ ਵਾਲਾ ਇਫੈਕਟ ਹੈ, ਕਹਿੰਦਾ ਬਰੂਟੈਲਿਟੀ ਹੈ ਜਿਹੜੀ ਉਹਨਾਂ ਦੇ ਉੱਤੇ ਉਹਨਾਂ ਦਾ ਦਮਨ ਕੀਤਾ ਜਾਂਦਾ ਸੀ ਜਾਂ ਉਹਨਾਂ ਦੇ ਨਾਲ ਹਾਰਸ਼ ਬਿਹੇਵ ਕੀਤਾ ਜਾਂਦਾ ਸੀ, ਉਹਨੇ ਇੱਕ ਹੋਰ ਇਫੈਕਟ ਦਿੱਤਾ. ਐਂਡ that was that it produced the Oliver Thambos, the Walter Sislus, the Chief Luthilus and Yusuf Dadus. Then ਕਹਿੰਦਾ due to that sufferings and that wound, all these the freedom fighters produced. The is written from before the name of these people because like these patriots were born. The Robert Sobukwas of our time means ਉਸ ਸਮੇਂ ਸਾਰੇ ਜਿਹੜੇ ਫਰੀਡਮ ਫਾਈਟਰ ਪੈਦਾ ਹੋਏ ਆ ਡਿਊ ਟੂ ਬਰੂਟੈਲਿਟੀ ਐਂਡ ਓਪਰੈਸ਼ਨਸ. ਮੈਨ ਆਫ ਸੱਚ ਐਕਸਟਰਾ ਆਰਡੀਨਰੀ courage, wisdom and generosity that they are like many never be known again. Means they are the people of means ਅਸਾਧਾਰਨ courage ਤੇ wisdom ਤੇ generosity ਸੀ. and people like that means ਕਹਿੰਦਾ ਇਸ ਤਰ੍ਹਾਂ ਦੇ ਦੁਬਾਰਾ ਲੋਕ ਨਹੀਂ ਜਾਣੇ ਜਾਣਗੇ. perhaps it requires such depth of oppression to create such heights of character. means ਹਾਈ ਕਰੈਕਟਰ ਨੂੰ ਕ੍ਰੀਏਟ ਕਰਨ ਵਾਸਤੇ ਕਹਿੰਦਾ ਐਨੀ ਡੀਪ ਆਪਰੇਸ਼ਨ ਦੀ ਲੋੜ ਸੀ. ਮੀਨਸ ਇਸ ਤਰ੍ਹਾਂ ਜਿਹੜੇ ਦ ਰਾਈਟਰਸ ਔਰ the freedom fighters that are mentioned in the previous para or in this para ਕਹਿੰਦਾ ਇੱਦਾਂ ਦੇ ਕਰੈਕਟਰਸ ਨੂੰ ਕ੍ਰੀਏਟ ਕਰਨ ਵਾਸਤੇ ਡੀਪ ਆਪਰੇਸ਼ਨ ਦੀ ਜ਼ਰੂਰਤ ਸੀ, ਉਹਨਾਂ ਦੇ ਦਮਨ ਦੀ ਜ਼ਰੂਰਤ ਸੀ. my country is rich in minerals and gems that lie beneath its soil, but I have always known that its greatest wealth is its people, finer, truer than the purest diamonds. Then he said that ਕਿ ਉਹਦੀ ਕੰਟਰੀ ਦੇ ਸੋਇਲ ਦੇ ਨੀਚੇ ਕਾਫੀ ਸਾਰੇ ਮਿਨਰਲਸ ਅਤੇ ਜੈਮਸ ਹੈ. ਬਟ ਹੀ ਸੈਡ ਕਿ ਜਿਹੜੀ ਉਹਦੀ ਕੰਟਰੀ ਦੀ ਗ੍ਰੇਟੈਸਟ ਵੈਲਥ ਹੈ ਉਹ ਇੱਥੋਂ ਦੇ ਲੋਕ ਹੈ ਜਿਹੜੇ ਜ਼ਿਆਦਾ ਫਾਈਨ ਅਤੇ ਟਰੂ ਆ ਪਿਓਰ ਡਾਇਮੰਡ ਦੇ ਨਾਲੋਂ. It is from these comrades in struggle that I learned the meaning of courage. means comrades means friends, means ਉਹ ਜਿਹੜੇ ਉਹਦੇ freedom fighter friends ਸੀ ਉਹਨਾਂ ਦੇ struggle ਤੋਂ ਕਹਿੰਦਾ ਮੈਂ courage ਦਾ meaning ਸਿੱਖਿਆ. time and again I have seen men and women risk and give their lives for an idea. time to means time ਤੇ ਹਰ ਇੱਕ time ਤੇ ਕਹਿੰਦਾ ਉਹਨੇ ਆਪਣੇ ਕੰਟਰੀਜ਼ ਦੇ ਵੂਮਨ ਅਤੇ ਮੈਨ ਨੂੰ ਆਪਣੀ ਇੱਕ ਆਈਡੀਆ ਅਤੇ ਆਪਣੀ ਲਾਈਫ ਨੂੰ ਰਿਸਕ ਵਿੱਚ ਪਾਉਣ ਬਾਰੇ ਦੇਖਦਾ ਰਿਹਾ ਉਹਨਾਂ ਨੂੰ. ਆਈ ਹੈਵ ਸੀਨ ਮੈਨ ਸਟੈਂਡ up to attacks and torture without breaking, showing a strength and resilience that defies the imagination. ਐਂਡ ਦੈਨ ਹੀ ਸੈਡ ਦੈਟ ਕਿ ਜਿਹੜੇ ਉਹਨੇ ਮੈਨ ਔਰ ਵੈਮਨ ਨੂੰ ਦੇਖਿਆ ਜਿਹੜੇ ਕਿ ਅਟੈਕ ਅਤੇ ਟੋਰਚਰ 'ਤੇ ਅੱਗੇ ਬਿਨਾਂ ਟੁੱਟੇ ਬਿਨਾਂ ਝੁਕੇ ਖੜ੍ਹੇ ਰਹੇ ਅਤੇ ਆਪਣੀ ਸਟਰੈਂਥ ਨੂੰ ਅਤੇ ਉਹ ਜਿਹੜੇ ਉਹਨਾਂ ਦੇ ਉੱਤੇ ਟੋਰਚਰ ਹੁੰਦੇ ਸੀ ਜਾਂ ਹਾਰਡਸ਼ਿਪ ਹੁੰਦੇ ਸੀ ਉਹਨਾਂ ਨੂੰ ਰਿਕਵਰ ਕਰਨ ਵਾਸਤੇ ਜਿਹੜੇ ਮੀਨਸ ਇਮੈਜੀਨੇਸ਼ਨ ਤੋਂ ਪਰੇ ਆ ਇਸ ਤਰ੍ਹਾਂ ਦੀ ਉਹਨਾਂ ਦੇ ਵਿੱਚ ਸਹਿਣ ਸ਼ਕਤੀ ਦੇਖੀ. ਆਈ ਲਰਨਡ ਦੈਟ ਕਰੇਜ ਵਾਸ ਨੋਟ ਦ ਐਬਸੈਂਸ ਆਫ ਫੀਅਰ. ਦੈਨ ਹੀ ਸੈਡ ਕਿ ਮੈਨੇ ਉਨਸੇ सीखा कि करेज की है एबसेंस द फीयर द एबसेंस नहीं है बट द ट्रम्फ ओवर इट. बट फीयर के उत्ते जित प्राप्त करना करेज है. द ब्रेव मैन इज़ नॉट हू डज नॉट फील अफरेड. कहता ब्रेव आदमी वो नहीं है जिहड़ा डर नहीं फील करता बट ही हू कॉन्क्वेयर द फीयर. बट वो है जिहड़ा डर के उत्ते जित पा लैंदा है. नो वन इज़ born hating another person because of the color of the skin or his background
ਔਰ ਹਿਜ਼ ਰਿਲੀਜਨਸ, ਕਹਿੰਦਾ ਕੋਈ ਵੀ ਪਰਸਨ ਦੂਸਰੇ ਪਰਸਨ ਨੂੰ ਮੀਨਸ ਕੋਈ ਵੀ ਪਰਸਨ ਹੇਟ ਲੈ ਕੇ ਪੈਦਾ ਨਹੀਂ ਹੁੰਦਾ ਡਿਊ ਟੂ ਕਲਰ ਆਫ ਸਕਿਨ ਜਾਂ ਫਿਰ ਬੈਕਗਰਾਊਂਡ ਜਾਂ ਰਿਲੀਜੀਅਸ ਦੇ ਕਰਕੇ। ਪੀਪਲ ਮਸਟ ਲਰਨ ਟੂ ਹੇਟ, ਬਟ ਕਹਿੰਦਾ ਲੋਕ ਹੇਟ ਕਰਨਾ ਸਿੱਖਦੇ ਆ। ਐਂਡ ਇਫ ਦੇ ਕੈਨ ਲਰਨ ਟੂ ਹੇਟ ਦੇ ਕੈਨ ਬੀ ਟੌਟ ਟੂ ਲਵ, ਕਹਿੰਦਾ ਜੇ ਉਹ ਹੇਟ ਕਰਨਾ ਸਿੱਖ ਸਕਦੇ ਆ ਤਾਂ ਉਹਨਾਂ ਨੂੰ ਪਿਆਰ ਕਰਨਾ ਸਿਖਾਇਆ ਜਾ ਸਕਦਾ ਹੈ। ਫੋਰ ਲਵ ਕਮਸ ਮੋਰ ਨੈਚੁਰਲੀ ਟੂ ਦਾ ਹਿਊਮਨ ਹਰਟ, ਬਿਕੋਜ਼ ਕਹਿੰਦਾ ਹਿਊਮਨ ਹਰਟ ਦੇ ਵਿੱਚ ਜਿਹੜਾ ਲਵ ਉਹ ਜ਼ਿਆਦਾ ਨੈਚੁਰਲੀ ਆਉਂਦਾ ਹੈ ਦੈਨ ਇਟਸ ਆਪੋਜ਼ਿਟ, ਮੀਨਸ ਹੇਟ ਦੇ ਆਪੋਜ਼ਿਟ ਹੈ ਜਿਹੜਾ ਲਵ ਜ਼ਿਆਦਾ ਨੈਚੁਰਲ ਹੁੰਦਾ ਹੈ। ਈਵਨ ਇਨ ਦਾ ਗ੍ਰੇਮੈਸਟ ਟਾਈਮ ਇਨ ਪ੍ਰੀਜ਼ਨ ਵੈਨ ਮਾਈ ਕਾਮਰੇਡਸ ਐਂਡ ਆਈ ਵਰ ਪੁਸ਼ਡ ਟੂ ਆਰ ਲਿਮਿਟਸ ਆਈ ਵੁੱਡ ਸੀ ਅ ਗਲਿਮਰ ਆਫ ਹਿਊਮੈਨਿਟੀ in one of its guards, perhaps just a second, but it was enough to reassure me and keep me ਗੋਇੰਗ। ਗ੍ਰਿਮੈਸਟ ਮੀਨਸ ਸਭ ਤੋਂ ਜਦੋਂ ਬੁਰਾ ਟਾਈਮ ਸੀ ਉਹਦਾ ਪ੍ਰੀਜ਼ਨ ਦੇ ਵਿੱਚ, ਕਹਿੰਦਾ ਜਦੋਂ ਉਸ ਨੂੰ ਅਤੇ ਉਸ ਦੇ ਕਾਮਰੇਡਸ ਨੂੰ ਮੀਨਸ ਨੈਲਸਨ ਮੰਡੇਲਾ ਅਤੇ ਉਸਦੇ ਫਰੈਂਡਸ ਨੂੰ ਮੀਨਸ ਉਹਨੇ ਜਿੰਨੀ ਅਬਿਲਿਟੀ ਸੀ ਉਹਨਾਂ ਦੇ ਵਿੱਚ ਟੌਰਚਰ ਬੀਅਰ ਕਰਨ ਦੀ ਉਸ ਤੋਂ ਜ਼ਿਆਦਾ ਟੌਰਚਰ ਕੀਤਾ ਗਿਆ। ਤਾਂ ਕਹਿੰਦਾ ਜਿਹੜਾ ਉੱਥੇ ਪ੍ਰੀਜ਼ਨ ਦਾ ਇੱਕ ਗਾਰਡ ਸੀ ਉਹਦੀਆਂ ਅੱਖਾਂ ਦੇ ਵਿੱਚ ਸਿਰਫ ਫੋਰ ਅ ਸੈਕਿੰਡ ਦੇ ਲਈ ਕਹਿੰਦਾ ਹਿਊਮੈਨਿਟੀ ਕਹਿੰਦਾ ਮੈਂ ਦੇਖੀ, ਅਤੇ ਉਹ ਕਹਿੰਦਾ ਉਹਨੂੰ ਆਪਣੇ ਸਟਰਗਲ ਨੂੰ ਕੰਟੀਨਿਊ ਕਰਨ ਵਾਸਤੇ ਇਨਫ ਸੀ, ਸਫੀਸ਼ੀਐਂਟ ਸੀ। ਮੈਨਸ ਗੁੱਡਨੈਸ ਇਜ਼ ਅ ਫਲੇਮ ਦੈਟ ਕੈਨ ਬੀ ਹਿਡਨ ਬਟ ਨੈਵਰ ਐਕਸਟਿੰਗੁਇਸ਼ਡ, ਕਹਿੰਦਾ ਜਿਹੜੀ ਹਿਊਮਨ ਬੀਇੰਗ ਦੀ ਹੈ ਜਾਂ ਮੈਨ ਦੀ ਗੁੱਡਨੈਸ ਹੈ ਉਹ ਇੱਕ ਕਹਿੰਦਾ ਫਲੇਮ ਦੀ ਤਰ੍ਹਾਂ ਹੈ ਜਿਸ ਨੂੰ ਛੁਪਾਇਆ ਤਾਂ ਜਾ ਸਕਦਾ ਬਟ ਉਸਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਉਸਨੂੰ ਬੁਝਾਇਆ ਨਹੀਂ ਜਾ ਸਕਦਾ। Okay students, subscribe my channel because I am going to upload all the videos of all the chapters, ठीक है। In life every man has twin obligations, means ਇੱਕ ਆਦਮੀ ਦੇ ਜ਼ਿੰਦਗੀ ਦੇ ਵਿੱਚ ਦੋ ਡਿਊਟੀਜ਼ ਹੁੰਦੀਆਂ, obligation to his family, to his parents, to his wife and children। one duty is to his family, अपने parents के लिए होती है, wife के लिए होती है और kids के लिए। and he has an obligation to his people, his community, his country, and second duty is to his people, और उसके country के लिए होती है और उसकी community के लिए होती है। in a civil and humane society each man is able to fulfill these obligations according to his own inclination and abilities। ਹਿਊਮਨ ਮੀਨਸ ਇੱਕ ਸੁਸਾਇਟੀ ਦੇ ਵਿੱਚ ਰਹਿੰਦੇ ਹੋਏ ਹਰ ਇੱਕ ਆਦਮੀ ਦੇ ਵਿੱਚ ਅਬਿਲਿਟੀ ਹੁੰਦੀ ਹੈ ਆਪਣੀਆਂ ਡਿਊਟੀਜ਼ ਨੂੰ ਕਿ ਅਕੋਰਡਿੰਗ ਟੂ ਅਬਿਲਿਟੀ ਐਂਡ ਅਕੋਰਡਿੰਗ ਟੂ ਹਿਸ ਨੈਚੁਰਲ ਟੈਂਡੈਂਸੀ ਅਤੇ ਬਿਹੇਵੀਅਰ ਕੰਪਲੀਟ ਕਰਨ ਦੀ। ਬਟ ਇਨ ਅ ਕੰਟਰੀ ਲਾਈਕ ਸਾਊਥ ਅਫਰੀਕਾ ਇਟ ਇਜ਼ ਆਲਮੋਸਟ ਇੰਪੋਸੀਬਲ ਫੋਰ ਅ ਮੈਨ ਆਫ ਮਾਈ ਬਰਥ ਐਂਡ ਕਲਰ ਟੂ ਫੁਲਫਿਲ both of these obligations। then he said that in the country like South Africa and person like Nelson Mandela it was very difficult to fulfill those both obligations। ਜਿਹੜਾ ਮੀਨਸ ਜਿਸ ਤਰ੍ਹਾਂ ਦੀ ਕਲਰ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚ ਉਹਦਾ ਬਰਥ ਹੋਇਆ ਅਤੇ ਦੋਨੋਂ ਜਿਹੜੀਆਂ ਡਿਊਟੀਜ਼ ਆ ਆਪਣੀ ਕੰਟਰੀਜ਼ ਦੇ ਲਈ ਅਤੇ ਫੈਮਿਲੀ ਦੇ ਲਈ ਫੁਲਫਿਲ ਕਰਨਾ ਕਹਿੰਦਾ ਇੰਪੋਸੀਬਲ ਹੈ, ਮੁਸ਼ਕਿਲ ਹੈ। ਇਨ ਸਾਊਥ ਅਫਰੀਕਾ ਮੈਨ ਆਫ ਕਲਰ who attempted to live as human being was punished and isolated। ਕਹਿੰਦਾ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਬਲੈਕ ਪਰਸਨ ਹੈ ਉਹਦੀ ਤਰ੍ਹਾਂ ਕਹਿੰਦਾ ਜੇ ਉਹ ਹਿਊਮਨ ਬੀਇੰਗ ਦੀ ਤਰ੍ਹਾਂ ਲਾਈਫ ਲੀਡ ਕਰਨਾ ਚਾਹੁੰਦਾ ਤਾਂ ਉਹਨੂੰ ਪਨਿਸ਼ ਕੀਤਾ ਜਾਂਦਾ ਅਤੇ ਆਈਸੋਲੇਟ ਕਰ ਦਿੱਤਾ ਜਾਂਦਾ ਹੈ। ਇਨ ਸਾਊਥ ਅਫਰੀਕਾ ਮੈਨ ਹੂ ਟਰਾਈਡ ਟੂ ਫੁਲਫਿਲ ਹਿਸ ਡਿਊਟੀ ਟੂ ਹਿਸ ਪੀਪਲ ਵਾਜ਼ ਇਨਐਵਿਟੇਬਲੀ ਰਾਈਪਡ ਫਰੋਮ ਹਿਸ ਫੈਮਲੀ and his home and was forced to live a life apart। then ਕਹਿੰਦਾ in South Africa means ਜਿਹੜਾ ਉਹ ਟਰਾਈ ਕਰਦਾ ਆਪਣੀ ਡਿਊਟੀਜ਼ ਨੂੰ ਫੁਲਫਿਲ ਕਰਨ ਵਾਸਤੇ ਤਾਂ ਉਹਨੂੰ ਉਸਦੇ ਲੋਕਾਂ ਦੇ ਨਾਲੋਂ ਅਵੋਇਡ ਕੀਤਾ ਜਾਂਦਾ ਅਤੇ ਉਹਦੀ ਫੈਮਿਲੀ ਅਤੇ ਹੋਮ ਦੇ ਨਾਲੋਂ ਉਹਨੂੰ ਅਲੱਗ ਕਰਕੇ ਉਹਨੂੰ ਆਈਸੋਲੇਟ ਜਾਂ ਫਿਰ ਇਕੱਲਾ ਰਹਿਣ ਦੇ ਲਈ ਕੰਪੈਲ ਕੀਤਾ ਜਾਂਦਾ ਹੈ, ਠੀਕ ਹੈ। ਆ ਟਵਿਲਾਈਟ ਐਗਜ਼ਿਸਟੈਂਸ ਆਫ ਸਕੈਰਸੀ ਐਂਡ ਰਿਬੈਲੀਅਨ, ਉਹਨੂੰ ਕਹਿੰਦਾ ਇੱਕ ਰਿਬੈਲੀਅਨ ਦੀ ਤਰ੍ਹਾਂ ਲਾਈਫ ਲੀਡ ਕਰਨ ਵਾਸਤੇ ਕੰਪੈਲ ਕੀਤਾ ਜਾਂਦਾ ਹੈ। ਆਈ ਡਿਡੰਟ ਇਨ ਦਾ ਬਿਗਨਿੰਗ ਚੂਜ਼ ਟੂ ਪਲੇਸ ਮਾਈ ਪੀਪਲ ਅਬਵ ਮਾਈ ਫੈਮਿਲੀ, ਕਹਿੰਦਾ ਸਟਾਰਟਿੰਗ ਦੇ ਵਿੱਚ ਮੈਂ ਕਹਿੰਦਾ ਆਪਣੀ ਫੈਮਿਲੀ ਤੋਂ ਆਪਣੇ ਲੋਕਾਂ ਨੂੰ ਉੱਪਰ ਨਹੀਂ ਰੱਖਿਆ ਸੀ। ਬਟ ਇਨ ਅਟੈਂਪਟਿੰਗ ਟੂ ਸਰਵ ਮਾਈ ਪੀਪਲ I found that I was prevented from fulfilling my obligation as a man, as a brother, as a father and as a husband। ਬਟ ਕਹਿੰਦਾ ਜੈਸੇ ਹੀ ਉਹਨੇ ਆਪਣੇ ਲੋਕਾਂ ਦੀ ਸਰਵਿਸ ਕਰਨੀ ਸ਼ੁਰੂ ਕੀਤੀ, ਸੇਵਾ ਕਰਨੀ ਸ਼ੁਰੂ ਕੀਤੀ ਤਾਂ ਉਸਨੇ ਨੈਲਸਨ ਮੰਡੇਲਾ ਨੇ ਆਪਣੇ ਆਪ ਨੂੰ ਫਾਈਂਡ ਕੀਤਾ ਕਿ ਉਹਨੂੰ ਉਸਦੀਆਂ ਜਿਹੜੀਆਂ ਐਜ਼ ਅ ਸਨ, ਬ੍ਰਦਰ, ਫਾਦਰ ਔਰ ਹਸਬੈਂਡ ਦੀਆਂ ਜਿਹੜੀਆਂ ਡਿਊਟੀਜ਼ ਆ ਉਹਨਾਂ ਨੂੰ ਫੁਲਫਿਲ ਕਰਨ ਤੋਂ ਕੀ ਕੀਤਾ ਜਾਂਦਾ ਵੇ,
ਪ੍ਰੀਵੈਂਟ ਕੀਤਾ ਜਾਂਦਾ, ਰੋਕਿਆ ਜਾਂਦਾ। ਦੈਟਸ ਆਲ ਫੋਰ today. I'm just saying again to subscribe my channel and thanks for watching the video.